15 ਸਤੰਬਰ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 15 ਸਤੰਬਰ ਦੇ ਇਤਿਹਾਸ ਬਾਰੇ। ਸੂਬੇਦਾਰ ਕਰਮ ਸਿੰਘ ਦਾ ਜਨਮ 15 ਸਤੰਬਰ 1915 ਨੂੰ ਪੰਜਾਬ 'ਚ ਹੋਇਆ ਸੀ। ਸੂਬੇਦਾਰ ਕਰਮ ਸਿੰਘ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਪਹਿਲੇ ਜੀਵਿਤ ਭਾਰਤੀ ਸੈਨਿਕ ਸਨ। ਸਾਲ 1941 ਵਿੱਚ ਸੂਬੇਦਾਰ ਕਰਮ ਸਿੰਘ ਫੌਜ 'ਚ ਭਰਤੀ ਹੋਏ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਬਰਮਾ ਦੀ ਤਰਫੋਂ ਜੰਗ ਵਿੱਚ ਹਿੱਸਾ ਲਿਆ ਸੀ। ਉਹਨਾਂ ਨੂੰ ਯੁੱਧ ਵਿੱਚ ਮਹੱਤਵਪੂਰਨ ਯੋਗਦਾਨ ਲਈ ਮਿਲਟਰੀ ਮੈਡਲ ਦਿੱਤਾ ਗਿਆ ਸੀ। ਉਹਨਾਂ ਨੇ 1947 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਹਿੱਸਾ ਲਿਆ ਸੀ, ਜਿਸ ਵਿੱਚ ਉਹਨਾਂ ਨੂੰ ਟਿਟਵਾਲ ਦੇ ਦੱਖਣ ਵਿੱਚ ਰਿਚਮਾਰ ਗਲੀ ਵਿਖੇ ਇੱਕ ਅੱਗੇ ਭੇਜਿਆ ਪੋਸਟ ਨੂੰ ਬਚਾਇਆ ਸੀ। ਉਹਨਾਂ ਦੀ ਸ਼ਲਾਘਾਯੋਗ ਭੂਮਿਕਾ ਲਈ 1948 ਵਿੱਚ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 1947 ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤੀ ਝੰਡਾ ਚੁੱਕਣ ਲਈ ਚੁਣੇ ਗਏ 5 ਸੈਨਿਕਾਂ ਵਿੱਚੋਂ ਇੱਕ ਸਨ, ਜਦਕਿ ਕਰਮ ਸਿੰਘ ਬਾਅਦ ਵਿੱਚ ਸੂਬੇਦਾਰ ਦੇ ਅਹੁਦੇ ਤੇ ਪਹੁੰਚ ਗਏ ਅਤੇ ਸਤੰਬਰ 1969 ਵਿੱਚ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਨੂੰ ਆਨਰੇਰੀ ਕੈਪਟਨ ਦਾ ਦਰਜਾ ਮਿਲਿਆ। ਫੌਜ ਵਿੱਚ ਨੌਕਰੀ ਕਰਨ ਤੋਂ ਬਾਅਦ ਸੂਬੇਦਾਰ ਕਰਮ ਸਿੰਘ ਨੇ ਆਪਣੇ ਪਿੰਡ ਵਿੱਚ ਸਾਦੇ ਜੀਵਨ ਬਤੀਤ ਕੀਤਾ ਅਤੇ ਸਮਾਜ ਸੇਵਾ ਵਿੱਚ ਵੀ ਯੋਗਦਾਨ ਪਾਇਆ। 20 ਜਨਵਰੀ 1993 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀ। 15 ਸਤੰਬਰ 1948 ਨੂੰ ਭਾਰਤੀ ਜਲ ਸੈਨਾ ਦਾ ਪਹਿਲਾ ਪ੍ਰਮੁੱਖੀ ਜੰਗੀ ਜਹਾਜ਼ INS ਦਿੱਲੀ ਮੁੰਬਈ 'ਚ ਪਹੁੰਚਿਆ ਸੀ। INS ਦਿੱਲੀ ਭਾਰਤੀ ਜਲ ਸੈਨਾ ਦਾ ਪਹਿਲਾ ਵੱਡਾ ਜੰਗੀ ਜਹਾਜ਼ ਸੀ। ਇਹ ਭਾਰਤੀ ਜਲ ਸੈਨਾ ਦੀ ਗਾਈਡਡ ਮਿਜ਼ਾਈਲ ਡਿਸਟਰੋਇਰ ਕਲਾਸ ਦਾ ਮੁੱਖ ਜਹਾਜ਼ ਸੀ ਅਤੇ ਇਸ ਦੇ ਆਉਣ ਨਾਲ ਭਾਰਤ ਦੇ ਸਮੁੰਦਰੀ ਰੱਖਿਆ ਸਮਰਥਨ ਨੂੰ ਇੱਕ ਨਵੀਂ ਦਿਸ਼ਾ ਮਿਲੀ। INS ਦਿੱਲੀ ਦਾ ਅਸਲੀ ਨਾਂ HMS ਅਕਿਲੀਸ ਸੀ। ਇੱਕ ਲਿਐਂਡਰ ਕਲਾਸ ਲਾਈਟ ਕਰੂਜ਼ਰ ਸੀ ਜਿਸ ਨੂੰ ਬ੍ਰਿਟਿਸ਼ ਨੇਵੀ ਲਈ 1933 'ਚ ਬਣਾਇਆ ਗਿਆ ਸੀ। HMS ਅਕਿਲੀਸ ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਨੇਵੀ ਦਾ ਹਿੱਸਾ ਸੀ ਅਤੇ ਕਈ ਮਹੱਤਵਪੂਰਨ ਜਲ ਸੈਨਾ ਆਪਰੇਸ਼ਨਾਂ ਵਿੱਚ ਹਿੱਸਾ ਲਿਆ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਭਾਰਤੀ ਜਲ ਸੈਨਾ ਨੂੰ ਮਜ਼ਬੂਤ ਕਰਨ ਲਈ ਬਰਤਾਨੀਆ ਤੋਂ ਕੁਝ ਜੰਗੀ ਜਹਾਜ਼ ਖਰੀਦੇ ਗਏ। ਇਹਨਾਂ ਵਿੱਚੋਂ ਇੱਕ HMS ਅਕਿਲੀਸ ਸੀ, ਜਿਸ ਨੂੰ 1948 'ਚ ਭਾਰਤੀ ਜਲ ਸੈਨਾ 'ਚ ਸ਼ਾਮਲ ਕੀਤਾ ਗਿਆ ਅਤੇ ਇਸ ਦਾ ਨਾਂ ਬਦਲ ਕੇ INS ਦਿੱਲੀ ਰੱਖਿਆ ਗਿਆ ਸੀ। INS ਦਿੱਲੀ ਇੱਕ ਸ਼ਕਤੀਸ਼ਾਲੀ ਜੰਗੀ ਜਹਾਜ਼ ਸੀ ਜਿਸ ਦੀ ਲੰਬਾਈ ਲਗਭਗ 555 ਫੁੱਟ ਸੀ ਅਤੇ ਇਸ ਦਾ ਭਾਰ ਲਗਭਗ 7200 ਟਨ ਸੀ। ਇਹ ਜਹਾਜ਼ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦਾ ਹੈ। ਇਸ ਤੇ 550 ਤੋਂ ਵੱਧ ਸੈਨਿਕਾਂ ਅਤੇ 9 ਫੌਜੀ ਜਵਾਨਾਂ ਦੀ ਫੋਰਸ ਤੈਨਾਤ ਕੀਤੀ ਜਾ ਸਕਦੀ ਸੀ। 15 ਸਤੰਬਰ 1959 ਭਾਰਤ ਵਿੱਚ ਟੈਲੀਵਿਜ਼ਨ ਦੇ ਖੇਤਰ ਵਿੱਚ ਇੱਕ ਇਤਿਹਾਸਕ ਦਿਨ ਸੀ। ਇਸ ਦਿਨ ਦੇਸ਼ ਵਿੱਚ ਪਹਿਲੀ ਵਾਰ ਸਰਕਾਰੀ ਟੈਲੀਵਿਜ਼ਨ ਚੈਨਲ ਦੇ ਰੂਪ ਵਿੱਚ ਦੂਰਦਰਸ਼ਨ ਦਾ ਪ੍ਰਯੋਗਾਤਮਕ ਪ੍ਰਸਾਰਣ ਸ਼ੁਰੂ ਹੋਇਆ ਸੀ। ਇਹ ਪ੍ਰਸਾਰਣ ਨਵੀਂ ਦਿੱਲੀ ਤੋਂ ਸ਼ੁਰੂ ਹੋਇਆ ਸੀ ਅਤੇ ਇਸ ਦਾ ਮਕਸਦ ਲੋਕਾਂ ਨੂੰ ਸਿੱਖਿਆ, ਜਾਣਕਾਰੀ ਅਤੇ ਮਨੋਰੰਜਨ ਪ੍ਰਦਾਨ ਕਰਨਾ ਸੀ। ਦੂਰਦਰਸ਼ਨ ਦਾ ਇਹ ਪ੍ਰਯੋਗਾਤਮਕ ਪੜਾਅ 1 ਘੰਟੇ ਦਾ ਸੀ ਅਤੇ ਇਸ ਵਿੱਚ ਸਿੱਖਿਆ, ਖੇਤੀ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ਤੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਸਨ। ਸ਼ੁਰੂ ਵਿੱਚ ਦੂਰਦਰਸ਼ਨ ਦੇ ਪ੍ਰਸਾਰਣ ਸਿਰਫ ਦਿੱਲੀ ਦੇ ਆਲੇ-ਦੁਆਲੇ ਖੇਤਰ ਵਿੱਚ ਦੇਖੇ ਜਾ ਸਕਦੇ ਸਨ ਅਤੇ ਬਹੁਤ ਹੀ ਸੀਮਿਤ ਸਰੋਤਾਂ ਨਾਲ ਸੰਚਾਲਿਤ ਹੁੰਦੇ ਸਨ। ਉਸ ਸਮੇਂ ਟੈਲੀਵਿਜ਼ਨ ਭਾਰਤ ਲਈ ਇੱਕ ਨਵਾਂ ਮਾਧਿਅਮ ਸੀ ਅਤੇ ਦੂਰਦਰਸ਼ਨ ਦਾ ਮਕਸਦ ਜਨਸੰਚਾਰ ਦੇ ਇਸ ਨਵੇਂ ਮਾਧਿਅਮ ਦੀ ਸਹੀ ਵਰਤੋਂ ਕਰਨਾ ਸੀ। ਦੂਰਦਰਸ਼ਨ ਦਾ ਪ੍ਰਸਾਰਣ ਹੌਲੀ-ਹੌਲੀ ਵਧਦਾ ਗਿਆ ਅਤੇ 1976 ਵਿੱਚ ਇਸ ਨੂੰ ਆਲ ਇੰਡੀਆ ਰੇਡੀਓ ਤੋਂ ਵੱਖ ਕਰਕੇ ਇੱਕ ਸੁਤੰਤਰ ਸੰਸਥਾ ਬਣਾ ਲਿਆ ਗਿਆ। 1982 ਵਿੱਚ ਦੂਰਦਰਸ਼ਨ ਨੇ ਏਸ਼ੀਅਨ ਖੇਡਾਂ ਦੇ ਮੌਕੇ ਤੇ ਰੰਗੀਨ ਪ੍ਰਸਾਰਣ ਸ਼ੁਰੂ ਕੀਤਾ। ਇਸ ਨੂੰ ਹੋਰ ਵੀ ਪ੍ਰਸਿੱਧ ਬਣਾਇਆ। ਅੱਜ ਦੂਰਦਰਸ਼ਨ 46 ਸਟੂਡੀਓ ਅਤੇ 33 ਟੈਲੀਵਿਜ਼ਨ ਚੈਨਲ ਚਲਾ ਰਿਹਾ ਹੈ। ਭਾਰਤ ਵਿੱਚ ਹਰ ਸਾਲ 15 ਸਤੰਬਰ ਨੂੰ ਇੰਜੀਨੀਅਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਮਹਾਨ ਇੰਜੀਨੀਅਰ ਅਤੇ ਭਾਰਤ ਰਤਨ ਅਵਾਰਡੀ ਸਰ M ਵਿਸ਼ਵੇਸਵਰਈਆ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਸਰ M ਵਿਸ਼ਵੇਸਵਰਈਆ ਦਾ ਜਨਮ 15 ਸਤੰਬਰ 1860 ਨੂੰ ਕਰਨਾਟਕ ਦੇ ਕੋਲਾਰ ਜ਼ਿਲ੍ਹੇ ਵਿੱਚ ਹੋਇਆ ਸੀ। ਉਹਨਾਂ ਨੇ ਭਾਰਤੀ ਇੰਜੀਨੀਅਰਿੰਗ ਦੇ ਖੇਤਰ ਵਿੱਚ ਆਪਣੀ ਉੱਤਮਤਾ ਅਤੇ ਯੋਗਦਾਨ ਲਈ ਵਿਸ਼ਵਵਿਆਪੀ ਪ੍ਰਸਿੱਧੀ ਪ੍ਰਾਪਤ ਕੀਤੀ। ਵਿਸ਼ਵੇਸਵਰਈਆ ਨੇ ਪੁਣੇ ਦੇ ਵਕਾਰੀ ਕਾਲਜ ਆਫ ਇੰਜੀਨੀਅਰਿੰਗ ਤੋਂ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਉਹ ਇੱਕ ਉੱਚ ਦਰਜੇ ਇੰਜੀਨੀਅਰ, ਵਿਦਵਾਨ ਅਤੇ ਪ੍ਰਸ਼ਾਸਕ ਸਨ। ਉਹਨਾਂ ਨੇ ਮੈਸੂਰ ਰਾਜ ਦੇ ਦੀਵਾਨ ਵਜੋਂ ਵੀ ਨਿਯੁਕਤ ਕੀਤਾ ਗਿਆ ਸੀ, ਜਿੱਥੇ ਉਹਨਾਂ ਦੇ ਕਾਰਜਕਾਲ ਦੌਰਾਨ ਰਾਜ ਨੇ ਕਈ ਖੇਤਰਾਂ ਵਿੱਚ ਮਹੱਤਵਪੂਰਨ ਵਿਕਾਸ ਦਾ ਅਨੁਭਵ ਕੀਤਾ। ਸਰ M ਵਿਸ਼ਵੇਸਵਰਈਆ ਨੇ ਕ੍ਰਿਸ਼ਨਾ ਰਾਜ ਸਾਗਰ ਡੈਮ ਬਣਾਇਆ, ਜੋ ਉਸ ਸਮੇਂ ਏਸ਼ੀਆ ਦਾ ਸਭ ਤੋਂ ਵੱਡਾ ਭੰਡਾਰ ਸੀ। ਉਹਨਾਂ ਨੇ ਸਿੰਚਾਈ ਪ੍ਰੋਜੈਕਟਾਂ ਵਿੱਚ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਇੱਕ ਬਲਾਕ ਪ੍ਰਣਾਲੀ ਵਿਕਸਿਤ ਕੀਤੀ, ਜੋ ਅੱਜ ਵੀ ਬਹੁਤ ਸਾਰੇ ਪ੍ਰੋਜੈਕਟਾਂ ਵਿੱਚੋਂ ਵਰਤੀ ਜਾਂਦੀ ਹੈ। ਉਹਨਾਂ ਨੇ ਭਾਰਤ ਵਿੱਚ ਕਈ ਨਦੀਆਂ ਉੱਤੇ ਡੈਮ ਅਤੇ ਜਲ ਭੰਡਾਰ ਬਣਾਏ। M ਵਿਸ਼ਵੇਸਵਰਈਆ ਦਾ ਦੇਹਾਂਤ 14 ਅਪ੍ਰੈਲ 1962 ਨੂੰ ਹੋਇਆ ਸੀ। 15 ਸਤੰਬਰ 1894 ਨੂੰ ਜਾਪਾਨ ਅਤੇ ਚੀਨ ਵਿਚਾਲੇ ਪਹਿਲਾ ਜਾਪਾਨ-ਚੀਨੀ ਜੰਗ ਸ਼ੁਰੂ ਹੋਈ ਸੀ। ਇਹ ਜੰਗ 1894 ਤੋਂ 1895 ਤੱਕ ਚੱਲੀ ਅਤੇ ਇਸ ਦਾ ਮੁੱਖ ਕਾਰਨ ਕੋਰੀਆ ਤੇ ਕੰਟਰੋਲ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਮਤਭੇਦ ਸੀ। ਇਸ ਵਿੱਚ ਜਾਪਾਨ ਦੀ ਮੇਜੀ ਫੌਜ ਦੀ ਜਿੱਤ ਹੋਈ, ਜਿਸ ਕਾਰਨ ਕੋਰੀਆ ਦਾ ਕੰਟਰੋਲ ਜਾਪਾਨ ਦੇ ਹੱਥਾਂ ਵਿੱਚ ਚਲਾ ਗਿਆ। ਇਸ ਯੁੱਧ ਨੇ ਏਸ਼ੀਆਈ ਸ਼ਕਤੀ ਦੇ ਸੰਤੁਲਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਅਤੇ ਜਾਪਾਨ ਨੂੰ ਇੱਕ ਮਹੱਤਵਪੂਰਨ ਰਣਨੀਤਿਕ ਸ਼ਕਤੀ ਵਜੋਂ ਸਥਾਪਿਤ ਕੀਤਾ। ਕਿਹਾ ਜਾਂਦਾ ਹੈ ਕਿ ਕੋਰੀਆ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਮਾਜਿਕ ਅਤੇ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਜਾਪਾਨ ਲਈ ਬਹੁਤ ਮਹੱਤਵਪੂਰਨ ਸੀ। ਇਸ ਲਈ ਜਾਪਾਨ ਨੂੰ ਕੋਰੀਆਈ ਪ੍ਰਾਇਦੀ ਵਿੱਚ ਬਹੁਤ ਦਿਲਚਸਪੀ ਸੀ। ਇਸ ਦੇ ਨਾਲ ਹੀ ਚੀਨ ਲਈ ਕੋਰੀਆ ਵੀ ਉਨਾ ਹੀ ਮਹੱਤਵਪੂਰਨ ਸੀ। ਕੋਰੀਆ ਦੇ ਮਾਂਚੂ ਬਾਦਸ਼ਾਹ ਨੇ 17ਵੀਂ ਸਦੀ ਵਿੱਚ ਕੋਰੀਆ ਤੇ ਕਬਜ਼ਾ ਕਰ ਲਿਆ ਅਤੇ ਉਦੋਂ ਤੋਂ ਕੋਰੀਆ ਨੂੰ ਚੀਨ ਦਾ ਅਧੀਨ ਖੇਤਰ ਮੰਨਿਆ ਜਾਂਦਾ ਸੀ। ਕੋਰੀਆ ਦਾ ਆਜ਼ਾਦ ਰਾਜਾ ਚੀਨ ਦੇ ਬਾਦਸ਼ਾਹ ਨੂੰ ਆਪਣਾ ਸਭ ਕੁਝ ਸਮਝਦਾ ਸੀ
ਇਸ ਤਰ੍ਹਾਂ ਕੋਰੀਆ ਦਾ ਰਾਜ ਚੀਨ ਦੀ ਰੱਖਿਆ ਵਰਗਾ ਸੀ, ਪਰ ਇਸ ਯੁੱਧ ਤੋਂ ਬਾਅਦ ਕੋਰੀਆ ਦਾ ਕੰਟਰੋਲ ਜਾਪਾਨ ਕੋਲ ਚਲਾ ਗਿਆ। 15 ਸਤੰਬਰ 1997 ਨੂੰ ਦੁਨੀਆ ਤੇ ਸਭ ਤੋਂ ਵੱਡੇ ਸਰਚ ਇੰਜਨ ਗੂਗਲ ਦਾ ਡੋਮੇਨ ਨਾਮ google.com ਰਜਿਸਟਰ ਕੀਤਾ ਗਿਆ ਸੀ। ਇਹ ਡੋਮੇਨ ਨਾਮ ਗੂਗਲ ਦੀ ਪਛਾਣ ਅਤੇ ਬ੍ਰਾਂਡ ਬਣ ਗਿਆ, ਜੋ ਬਾਅਦ ਵਿੱਚ ਦੁਨੀਆ ਭਰ 'ਚ ਇੰਟਰਨੈਟ ਉਪਭੋਗਤਾਵਾਂ ਲਈ ਖੋਜ ਇੰਜਨ ਬਣ ਗਿਆ। ਡੋਮੇਨ ਨਾਲ ਰਜਿਸਟਰ ਕਰਨ ਤੋਂ ਬਾਅਦ ਗੂਗਲ ਨੇ ਅਧਿਕਾਰਤ ਤੌਰ ਤੇ 1998 ਵਿੱਚ ਆਪਣੀ ਖੋਜ ਇੰਜਨ ਸੇਵਾ ਸ਼ੁਰੂ ਕੀਤੀ। ਗੂਗਲ ਨੇ ਫਿਰ ਆਪਣੀਆਂ ਸੇਵਾਵਾਂ ਦਾ ਵਿਸਤਾਰ ਕੀਤਾ ਅਤੇ ਵੱਖ-ਵੱਖ ਉਤਪਾਦ ਅਤੇ ਟੂਲ ਲਾਂਚ ਕੀਤੇ, ਜਿਵੇਂ ਕਿ ਜੀਮੇਲ, ਗੂਗਲ ਮੈਪਸ, ਗੂਗਲ ਡਰਾਈਵ ਅਤੇ YouTube। ਗੂਗਲ ਦਾ ਹੈੱਡਕੁਆਰਟਰ ਕੈਲੀਫੋਰਨੀਆ ਦੇ ਮਾਊਂਟੇਨ ਵਿਊ 'ਚ ਸਥਿਤ ਹੈ। ਗੂਗਲ ਦੇ ਅਤੀ ਆਧੁਨਿਕ ਐਲਗੋਰਿਦਮ ਅਤੇ ਤਕਨੀਕੀ ਨਵੀਨਤਾਵਾਂ ਨੇ ਇਸ ਨੂੰ ਇੰਟਰਨੈਟ ਤੇ ਜਾਣਕਾਰੀ ਲੱਭਣ ਦਾ ਸਭ ਤੋਂ ਪ੍ਰਮੁੱਖ ਸਾਧਨ ਬਣਾ ਦਿੱਤਾ ਹੈ। ਅੱਜ ਗੂਗਲ ਇੰਟਰਨੈਟ ਦੀ ਦੁਨੀਆ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ। ਇਹ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਖੋਜ ਇੰਜਨ ਹੈ। ਗ੍ਰੀਨਪੀਸ ਵਿਸ਼ਵ ਦੇ ਸਭ ਤੋਂ ਵੱਡੇ ਵਾਤਾਵਰਣ ਸੰਗਠਨਾਂ ਵਿੱਚੋਂ ਇੱਕ ਹੈ, ਜਿਸ ਦੀ ਸਥਾਪਨਾ 15 ਸਤੰਬਰ 1971 ਨੂੰ ਕੀਤੀ ਗਈ ਸੀ। ਇਸ ਦਿਨ ਨੂੰ ਹਰ ਸਾਲ ਗ੍ਰੀਨਪੀਸ ਦਿਵਸ ਵਜੋਂ ਮਨਾਇਆ ਜਾਂਦਾ ਹੈ। ਗ੍ਰੀਨਪੀਸ ਦੀ ਸਥਾਪਨਾ ਵਾਤਾਵਰਣ ਸੁਰੱਖਿਆ, ਜਲਵਾਯੂ ਤਬਦੀਲੀ ਖਿਲਾਫ ਲੜਾਈ ਅਤੇ ਵਿਸ਼ਵ ਸ਼ਾਂਤੀ ਦੇ ਮਕਸਦ ਨਾਲ ਕੀਤੀ ਗਈ ਸੀ। ਇਹ ਸੰਸਥਾ ਉਹਨਾਂ ਕੁਝ ਸੰਸਥਾਵਾਂ ਵਿੱਚੋਂ ਇੱਕ ਹੈ ਜੋ ਵਿਸ਼ਵ ਪੱਧਰ ਤੇ ਵਾਤਾਵਰਣ ਦੇ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਦੀ ਹੈ ਅਤੇ ਉਹਨਾਂ ਨੂੰ ਹੱਲ ਕਰਨ ਲਈ ਸਰਗਰਮ ਯਤਨ ਕਰਦੀ ਹੈ। ਗ੍ਰੀਨਪੀਸ ਦੀ ਸਥਾਪਨਾ ਕੈਨੇਡਾ ਦੇ ਵੈਂਕੂਵਰ ਸ਼ਹਿਰ 'ਚ ਇੱਕ ਛੋਟੇ ਸਮੂਹ ਦੁਆਰਾ ਕੀਤੀ ਗਈ ਸੀ। ਇਸ ਸਮੂਹ ਵਿੱਚ ਪੱਤਰਕਾਰ, ਵਿਗਿਆਨੀ ਅਤੇ ਸ਼ਾਂਤੀਵਾਦੀ ਕਾਰਕੁਨ ਸ਼ਾਮਿਲ ਸਨ, ਜਿਸ ਦਾ ਮਕਸਦ ਅਮਰੀਕੀ ਪਰਮਾਣੂ ਪਰੀਖਣਾ ਦਾ ਵਿਰੋਧ ਕਰਨਾ ਸੀ। ਇਸ ਸਮੂਹ ਨੇ ਕਿਸ਼ਤੀ ਕਿਰਾਏ ਤੇ ਲੈ ਕੇ ਡੋਂਟ ਮੇਕ ਅ ਵੇ ਕਮੇਟੀ ਨਾਂ ਦੇ ਅਲਾਸਕਾ ਦੇ ਅੰਟਾਰਕਟਿਕਾ ਟਾਪੂ ਤੱਕ ਯਾਤਰਾ ਕੀਤੀ, ਜਿੱਥੇ ਅਮਰੀਕੀ ਸਰਕਾਰ ਪਰਮਾਣੂ ਪਰੀਖਣ ਕਰ ਰਹੀ ਸੀ। ਇਹ ਮਿਸ਼ਨ ਵਾਤਾਵਰਣ ਅਤੇ ਸ਼ਾਂਤੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੀਤਾ ਗਿਆ ਸੀ। ਬਾਅਦ ਵਿੱਚ ਇਸ ਮੁਹਿੰਮ ਦਾ ਨਾਮ ਬਦਲ ਕੇ ਗ੍ਰੀਨਪੀਸ ਰੱਖਿਆ ਗਿਆ, ਜਿਸ ਵਿੱਚ ਵਾਤਾਵਰਣ ਲਈ ਹਰਿਆਵਲ ਅਤੇ ਸ਼ਾਂਤੀ ਕਾਇਮ ਕੀਤੀ ਗਈ।